प्यारे विद्यार्थियों, ਜਦੋਂ ਅਸੀਂ ਡੇਟਾ ਮਾਡਲਸ ਦੀ ਗੱਲ ਕਰਦੇ ਹਾਂ ਤਾਂ ਡੇਟਾ ਮਾਡਲਸ ਤੋਂ ਭਾਵ ਹੈਗਾ ਵਾ ਕਿ ਅਸੀਂ ਇਨਫੋਰਮੇਸ਼ਨ ਨੂੰ ਰਿਕਾਰਡਸ ਦੀ ਫਾਰਮ ਦੇ ਵਿੱਚ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਹਾਂ। ਅਸੀਂ ਜਿਹੜੇ ਪਿਛਲੇ ਡੇਟਾ ਮਾਡਲਸ ਦੇਖੇ ਹਨ ਉਹ ਸਨ ਹਾਇਰਾਰਕੀਕਲ ਮਾਡਲ ਅਤੇ ਨੈਟਵਰਕ ਮਾਡਲ। ਹਾਇਰਾਰਕੀਕਲ ਮਾਡਲ ਦੇ ਵਿੱਚ ਅਸੀਂ ਇਨਫੋਰਮੇਸ਼ਨ ਜਾਂ ਰਿਕਾਰਡਸ ਨੂੰ ਟਰੀ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਦੇ ਸਾਂ, ਪਰ ਨੈਟਵਰਕ ਮਾਡਲ ਦੇ ਵਿੱਚ ਜਿਹੜਾ ਰਿਕਾਰਡਸ ਦੀ ਰਿਪਰੈਜ਼ੈਂਟੇਸ਼ਨ ਕਰਦੇ ਸਮੇਂ ਇੱਕ ਗ੍ਰਾਫ ਨੈਟਵਰਕ ਗ੍ਰਾਫ ਬਣ ਜਾਂਦਾ ਸੀ, ਜਾਂ ਅਸੀਂ ਕਹਿ ਲਈਏ ਕਿ ਇੱਕ ਗ੍ਰਾਫ ਬਣ ਜਾਂਦਾ ਸੀ ਜਿਹੜਾ ਪੂਰੇ ਨੈਟਵਰਕ ਨੂੰ ਦਰਸਾਉਂਦਾ ਸੀ। ਔਰ ਉਹ ਨੈਟਵਰਕਸ ਦੇ ਵਿੱਚ ਸਾਨੂੰ ਪਤਾ ਚੱਲਦਾ ਸੀਗਾ ਕਿ ਇੱਕ ਰਿਕਾਰਡ ਦੂਸਰੇ ਰਿਕਾਰਡ ਦੇ ਨਾਲ ਲਿੰਕਸ ਦੇ ਥਰੂ ਕਿਸ ਤਰ੍ਹਾਂ ਕਨੈਕਟਡ ਹੈ। ਹੁਣ ਜਦੋਂ ਅਸੀਂ ਰਿਲੇਸ਼ਨਲ ਮਾਡਲ ਦੀ ਗੱਲ ਕਰਦੇ ਹਾਂ ਤਾਂ ਰਿਲੇਸ਼ਨਲ ਮਾਡਲ ਜਿਹੜਾ ਹੈਗਾ ਵਾ ਇਹ ਡਾਟੇ ਨੂੰ ਟੇਬਲਸ ਦੀ ਫਾਰਮ ਦੇ ਵਿੱਚ ਸਟੋਰ ਕਰਦਾ ਵਾ, ਜਾਂ ਅਸੀਂ ਕਹਿ ਲਈਏ ਕਿ ਟੇਬਲ ਕੰਟੇਨਸ ਦਾ ਰਿਕਾਰਡਸ ਇਨ ਦਾ ਫਾਰਮ ਆਫ ਰੋਜ਼। ਅਤੇ ਇਹ ਜਿਹੜਾ ਆਈਡੀਆ ਸੀ ਇਹ ਡਾਕਟਰ E.F. ਕੌਡ ਨੇ, ਜਿਹੜਾ ਇੱਕ IBM ਕੰਪਨੀ ਦੇ ਵਿੱਚ ਰਿਸਰਚਰ ਦੇ ਤੌਰ 'ਤੇ ਕੰਮ ਕਰਦਾ ਸੀ, 1960 ਦੇ ਵਿੱਚ ਦਿੱਤਾ ਸੀਗਾ। ਉਹਨੇ ਪ੍ਰਪੋਜ਼ਲ ਦਿੱਤਾ ਸੀਗਾ ਕਿ ਇਸ ਤਰੀਕੇ ਦੇ ਨਾਲ ਅਸੀਂ ਰਿਕਾਰਡਸ ਜਿਹੜੇ ਆ ਉਹਨਾਂ ਨੂੰ ਟੇਬਲਸ ਦੇ ਵਿੱਚ ਸਟੋਰ ਕਰ ਸਕਦੇ ਹਾਂ। ਤਾਂ ਅਸੀਂ ਕਹਿ ਸਕਦੇ ਹਾਂ ਕਿ ਰਿਲੇਸ਼ਨਲ ਮਾਡਲ ਜਿਹੜਾ ਹੈਗਾ ਬੇਸਿਕਲੀ 3 ਮੇਜਰ ਕੰਪੋਨੈਂਟਸ ਤੋਂ ਬਣਿਆ ਹੋਇਆ ਵਾ। ਪਹਿਲਾ ਜਿਹੜਾ ਕੰਪੋਨੈਂਟ ਹੈਗਾ ਉਹ ਹੈਗਾ ਵਾ ਸੈਟ ਆਫ ਰਿਲੇਸ਼ਨਸ ਐਂਡ ਸੈਟ ਆਫ ਡੋਮੇਨਸ। ਇਹ ਮਿਲ ਕੇ ਜਿਹੜੇ ਹੈਗੇ ਆ ਇੱਕ ਟੇਬਲ ਬਣਾਉਂਦੇ ਆ। ਸੈਟ ਆਫ ਰਿਲੇਸ਼ਨਸ ਤੋਂ ਮਤਲਬ ਹੈਗਾ ਵਾ ਕਿ ਰੋਜ਼ ਦਾ ਸਮੂਹ ਜਾਂ ਟਿਊਪਲਸ ਦਾ ਸਮੂਹ। ਅਸੀਂ ਇੱਕ ਰੋ ਨੂੰ ਟਿਊਪਲ ਵੀ ਕਹਿੰਦੇ ਹਾਂ। ਟਿਊਪਲਸ ਦਾ ਸਮੂਹ। ਸੈਟ ਆਫ ਡੋਮੇਨਸ ਦਾ ਮਤਲਬ ਹੈ ਕਿ ਨੰਬਰ ਆਫ ਐਟਰੀਬਿਊਟਸ ਦਾ ਸਮੂਹ ਜਿਹੜੇ ਆਪਣੇ ਹੇਠਾਂ ਵੈਲਿਊਜ਼ ਕੰਟੇਨ ਕਰਦੇ ਹਨ। ਸੈਕੰਡ ਕੰਪੋਨੈਂਟ ਜਿਹੜਾ ਹੈਗਾ ਉਹ ਹੈਗਾ ਇੰਟੈਗਰਿਟੀ ਰੂਲ। ਇੰਟੈਗਰਿਟੀ ਰੂਲ ਦਾ ਭਾਵ ਹੈਗਾ ਕਿ ਉਹ ਰੂਲਸ ਜਿਹੜੇ ਅਸੀਂ ਟੇਬਲਸ ਨੂੰ ਅਪਲਾਈ ਕਰਦੇ ਹਾਂ ਤਾਂ ਕਿ ਇਨਫੋਰਮੇਸ਼ਨ ਨੂੰ ਅਸੀਂ ਐਕੂਰੇਟ ਰੱਖ ਸਕੀਏ। ਅਤੇ ਤੀਸਰਾ ਕੰਪੋਨੈਂਟ ਹੈਗਾ ਵਈ ਹੈਗਾ ਓਪਰੇਸ਼ਨਸ ਦੀ ਫਾਰਮ ਦੇ ਵਿੱਚ, ਕਿ ਅਸੀਂ ਡੇਟੇ ਦੇ ਉੱਤੇ ਕਿਹੜੇ ਓਪਰੇਸ਼ਨਸ ਪਰਫੋਰਮ ਕਰਦੇ ਹਾਂ, ਭਾਵ ਇਨਸਰਟ ਓਪਰੇਸ਼ਨ, ਡਿਲੀਟ ਓਪਰੇਸ਼ਨ ਅਤੇ ਅਪਡੇਟ ਓਪਰੇਸ਼ਨ। ਜਦੋਂ ਅਸੀਂ ਰਿਲੇਸ਼ਨਲ ਡਾਟਾਬੇਸਿਸ ਦੇ ਵਿੱਚ ਕਰੈਕਟਰਿਸਟਿਕਸ ਦੀ ਗੱਲ ਕਰਦੇ ਹਾਂ ਤਾਂ ਇੱਕ ਰਿਲੇਸ਼ਨਲ ਮਾਡਲ ਦੀਆਂ ਹੇਠ ਲਿਖੀਆਂ ਕਰੈਕਟਰਿਸਟਿਕਸ ਹੋ ਸਕਦੀਆਂ ਜਾਂ ਇਹ ਵਾਲੀਆਂ ਕਰੈਕਟਰਿਸਟਿਕਸ ਹੋ ਸਕਦੀਆਂ ਵਾ। ਜਿਸ ਤਰ੍ਹਾਂ ਪੂਰਾ ਜਿਹੜਾ ਡਾਟਾ ਹੁੰਦਾ ਵਾ ਕਨਸੈਪਚੁਅਲੀ ਉਹ ਰੋਜ਼ ਅਤੇ ਕਾਲਮਸ ਦੇ ਵਿੱਚ ਕਿਸੇ ਆਰਡਰ ਦੇ ਵਿੱਚ ਜਿਹੜਾ ਟੇਬਲ ਦੇ ਵਿੱਚ ਪਿਆ ਹੁੰਦਾ ਵਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਰੋਜ਼ ਜਾਂ ਰਿਲੇਸ਼ਨਸ ਕਿਸੇ ਟੇਬਲਸ ਦੇ ਵਿੱਚ ਇੱਕ ਅਰੇਂਜਡ ਆਰਡਰ ਦੇ ਵਿੱਚ ਪਏ ਹੁੰਦੇ ਹਨ। ਅਤੇ ਰਿਲੇਸ਼ਨਲ ਡਾਟਾਬੇਸ ਦੇ ਵਿੱਚ ਅਸੀਂ ਇੱਕ ਟੇਬਲ ਦੀ ਗੱਲ ਕਰਦੇ ਹਾਂ ਜਾਂ ਇੱਕ ਰਿਲੇਸ਼ਨ ਦੀ ਗੱਲ ਕਰਦੇ ਹਾਂ। ਟੇਬਲ ਤੋਂ ਭਾਵ ਹੈਗਾ ਵਾ ਕਿ ਉਹ ਟੇਬਲ ਜਿਹੜਾ ਰਿਕਾਰਡਸ ਕੰਟੇਨ ਕਰਦਾ ਵਾ, ਪਰ ਰਿਕਾਰਡਸ ਜਿਹੜੇ ਹੈਗੇ ਆ ਉਹ ਕਿਸੇ ਵੀ ਆਰਡਰ ਦੇ ਵਿੱਚ ਹੋ ਸਕਦੇ ਆ, ਅਨਆਰਡਰਡ ਹੋ ਸਕਦੇ ਆ। ਪਰ ਰਿਲੇਸ਼ਨਸ ਜਿਹੜਾ ਹੈਗਾ ਵਾ ਇਹਦੇ ਵਿੱਚ ਜਿਹੜੇ ਰਿਕਾਰਡਸ ਆ ਉਹ ਆਰਡਰ ਦੇ ਵਿੱਚ ਹੁੰਦੇ ਆ, ਔਰ ਹਰ ਜਿਹੜਾ ਰਿਕਾਰਡ ਹੈਗਾ ਵਾ ਉਹ ਯੂਨੀਕ ਹੁੰਦਾ ਵਾ। ਇਸ ਕਰਕੇ ਅਸੀਂ ਟੇਬਲ ਨੂੰ ਜਿਹੜਾ ਰਿਲੇਸ਼ਨ ਕਹਿੰਦੇ ਹਾਂ। ਅਤੇ ਰਿਲੇਸ਼ਨ ਦੇ ਵਿੱਚ ਜਾਂ ਟੇਬਲ ਦੇ ਵਿੱਚ ਜਿਹੜੀਆਂ ਵੈਲਿਊਜ਼ ਆ ਸਕੇਲਰ ਹੁੰਦੀਆਂ ਵਾ, ਭਾਵ ਕਿ ਈਚ ਰੋਜ਼ ਆ ਕਾਲਮ ਦੇ ਸਪੈਸੀਫਿਕ ਪੋਜੀਸ਼ਨ 'ਤੇ ਇੱਕ ਹੀ ਵੈਲਿਊ ਜਿਹੜੀ ਆ ਪਾਈ ਜਾਂਦੀ ਆ। ਅਤੇ ਜਿਹੜੇ ਓਪਰੇਸ਼ਨਸ ਆ ਅਸੀਂ ਸਾਰੇ ਟੇਬਲ ਦੇ ਉੱਤੇ ਪਰਫੋਰਮ ਕਰ ਸਕਦੇ ਹਾਂ ਅਤੇ ਰਿਜ਼ਲਟ ਵੀ ਸਾਨੂੰ ਜਿਹੜਾ ਹੈਗਾ ਟੇਬਲ ਦੀ ਫਾਰਮ ਦੇ ਵਿੱਚ ਮਿਲਦਾ ਹੈ। ਜਿਸ ਤਰ੍ਹਾਂ ਅਸੀਂ ਐਗਜ਼ਾਮਪਲ ਲਈਏ, ਇਹ ਸਾਡੇ ਕੋਲ ਇੱਕ ਟੇਬਲ ਹੈਗਾ ਵਾ ਜਿਹਦੇ ਵਿੱਚ ਅਸੀਂ ਐਟਰੀਬਿਊਟਸ ਲਏ ਆ ਜਾਂ ਫੀਲਡ ਨੇਮ ਲਏ ਆ, ਇੰਪਲੋਈ ਕੋਡ, ਨੇਮ ਅਤੇ ਈਅਰ। ਹੁਣ ਇਹਦੇ ਵਿੱਚ ਜਿਹੜਾ ਇੰਪਲੋਈ ਕੋਡ ਆ ਇਹ ਹਰ ਇੰਪਲੋਈ ਦਾ ਯੂਨੀਕ ਹੈ, ਵੱਖਰਾ ਹੈ, ਅਤੇ ਨਾਟ ਨਲ ਹੈ। ਨਾਟ ਨਲ ਤੋਂ ਭਾਵ ਆ ਕਿ ਕੋਈ ਵੀ ਵੈਲਿਊ ਨਲ ਨਹੀਂ ਹੈ। ਹਰ ਰੋ ਦੇ ਵਿੱਚ ਇੰਪਲੋਈ ਕੋਡ ਦੀ ਵੈਲਿਊ ਭਰੀ ਹੋਈ ਹੈ। ਜਿਸ ਤਰ੍ਹਾਂ ਅਸੀਂ ਗੱਲ ਕਰੀਏ, ਪਹਿਲਾ ਜਿਹੜਾ ਇੰਪਲਾਈ ਕੋਡ ਹੈਗਾ ਉਹ ਹੈਗਾ 21130, ਨੇਮ ਹੈਗਾ ਅਮਰ ਜੈਨ, ਈਅਰ ਉਹਦੀ ਈਅਰ 1। ਤਾਂ ਇਸੇ ਤਰ੍ਹਾਂ ਹੀ ਸੈਕਿੰਡ, ਥਰਡ ਅਤੇ ਫੋਰਥ ਦੇ ਵਿੱਚ ਵੀ ਵੈਲਿਊਜ਼ ਪਾਈਆਂ ਹੋਈਆਂ ਵਾ, ਅਤੇ ਸਾਡੇ ਕੋਲ 4 ਰੋਜ਼ ਹਨ। ਅਤੇ ਇਹ 4 ਰੋਜ਼ ਜਿਹੜੀਆਂ ਹੈਗੀਆਂ ਵਾ ਇਹ ਕਿਉਂਕਿ ਇੰਪਲੋਈ ਕੋਡ ਹਰ ਨੇਮ ਦਾ ਯੂਨੀਕ ਆ, ਇਸ ਕਰਕੇ ਹਰ ਰਿਕਾਰਡ ਨੂੰ ਇਹ ਯੂਨੀਕ ਬਣਾ ਦਿੰਦਾ ਵਾ, ਇੱਕ ਵੱਖਰੀ ਇਹਦੀ ਪਛਾਣ ਬਣਾ ਦਿੰਦਾ ਵਾ। ਇਸ ਕਰਕੇ ਇਹਨੂੰ ਅਸੀਂ ਇਸ ਟੇਬਲ ਨੂੰ ਅਸੀਂ ਰਿਲੇਸ਼ਨ ਕਹਾਂਗੇ। ਅਤੇ
ਰਿਲੇਸ਼ਨ ਦੇ ਜਿਹੜੀਆਂ ਹੈਗੀਆਂ ਵਾ ਵਿੱਚ ਟਿਊਪਲਸ ਹੁੰਦੀਆਂ ਜਾਂ ਰੋਜ਼ ਹੁੰਦੀਆਂ। ਹੁਣ ਜੇ ਅਸੀਂ ਗੱਲ ਕਰੀਏ ਕਿਸੇ ਰਿਲੇਸ਼ਨ ਦੀ ਕਾਰਡੀਨੈਲਿਟੀ ਦੀ, ਹੁਣ ਅਗਰ ਨੰਬਰ ਆਫ ਰੋਜ਼ ਜਿਹੜੀਆਂ ਹੈਗੀਆਂ ਵਾ ਉਹਨਾਂ ਦਾ ਸਮੂਹ ਕਿਸੇ ਰਿਲੇਸ਼ਨ ਦੀ ਕਾਰਡੀਨੈਲਿਟੀ ਦੱਸਦਾ ਵਾ। ਜਿਸ ਤਰ੍ਹਾਂ ਇਸ ਰਿਲੇਸ਼ਨ ਦੀ ਕਾਰਡੀਨੈਲਿਟੀ 4 ਹੈ ਕਿਉਂਕਿ ਇਹਦੇ ਵਿੱਚ 4 ਰੋਜ਼ ਪਾਈਆਂ ਜਾ ਰਹੀਆਂ ਹਨ। ਜੇ ਅਸੀਂ ਡਿਗਰੀ ਆਫ ਏ ਰਿਲੇਸ਼ਨ ਦੇਖੀਏ ਤਾਂ ਕਿਸੇ ਰਿਲੇਸ਼ਨ ਦੇ ਐਟਰੀਬਿਊਟਸ ਉਸ ਦੀ ਡਿਗਰੀ ਦਰਸਾਉਂਦੇ ਹਨ। ਨੰਬਰ ਆਫ ਐਟਰੀਬਿਊਟਸ ਇਨ ਏ ਟੇਬਲ ਔਰ ਨੰਬਰ ਆਫ ਐਟਰੀਬਿਊਟਸ ਇਨ ਏ ਰਿਲੇਸ਼ਨ ਟੈਲਸ ਦਾ ਡਿਗਰੀ ਆਫ ਦੈਟ ਰਿਲੇਸ਼ਨ। ਹੁਣ ਇਹਦੇ ਵਿੱਚ ਜਿਹੜੇ ਐਟਰੀਬਿਊਟਸ ਉਹ 3 ਆ, ਇੰਪਲੋਈ ਕੋਡ, ਨੇਮ ਤੇ ਈਅਰ, ਇਸ ਕਰਕੇ ਇਹਦੀ ਡਿਗਰੀ ਜਿਹੜੀ ਹੈਗੀ ਆ 3 ਆ। ਡੋਮੇਨਸ, ਡੋਮੇਨ ਤੋਂ ਭਾਵ ਹੈ ਕਿਸੇ ਐਟਰੀਬਿਊਟ ਦੇ ਹੇਠਾਂ ਪਰਮਿਟਡ ਸੈੱਟ ਆਫ ਵੈਲਿਊਜ਼। ਜਿਸ ਤਰ੍ਹਾਂ ਇੰਪਲੋਈ ਕੋਡ ਦੇ ਥੱਲੇ 4 ਵੈਲਿਊਜ਼ ਹਨ 21130 30143 41894 51207। ਇਹ ਪਰਮਿਟਡ ਸੈੱਟ ਆਫ ਵੈਲਿਊਜ਼ ਡੋਮੇਨ ਦੀ ਫਾਰਮੇਸ਼ਨ ਕਰਦੀਆਂ ਹਨ। ਇਸ ਤਰ੍ਹਾਂ ਹੀ ਨੇਮ ਐਟਰੀਬਿਊਟ ਦੇ ਹੇਠਾਂ 4 ਨਾਮ ਹਨ, ਅਮਰ ਜੈਨ, ਕੁਲਦੀਪ, ਮਨੋਜ, ਰੀਤਾ ਬਜਾਜ, ਤੇ ਇਹ ਜਿਹੜੀਆਂ ਪਰਮਿਟਡ ਸੈੱਟ ਆਫ ਨੇਮਸ ਹਨ ਇਹ ਇਸ ਐਟਰੀਬਿਊਟ ਦਾ ਡੋਮੇਨ ਹੈ। ਇਸ ਤਰ੍ਹਾਂ ਈਅਰ ਦੇ ਥੱਲੇ 1 3 2 6 ਇਹ ਜਿਹੜੀਆਂ ਵੈਲਿਊਜ਼ ਆ ਈਅਰ ਐਟਰੀਬਿਊਟ ਦਾ ਡੋਮੇਨ ਫਾਰਮ ਅਪ ਕਰਦੀਆਂ ਹਨ। ਅਗਲੀ ਗੱਲ ਆ ਜਾਂਦੀ ਬਾਡੀ ਆਫ ਰਿਲੇਸ਼ਨ। ਕਿਸੇ ਵੀ ਰਿਲੇਸ਼ਨ ਦੀ ਜਿਹੜੀ ਬਾਡੀ ਆ ਉਹਦੇ ਵਿੱਚ ਨੰਬਰ ਆਫ ਰੋਜ਼ ਤੇ ਮਿਲ ਕੇ ਉਹਦੀ ਬਾਡੀ ਦੀ ਫਾਰਮੇਸ਼ਨ ਕਰਦੀ ਹਨ। ਭਾਵ ਕਿ ਕਿਸੇ ਰਿਲੇਸ਼ਨ ਵਿੱਚ ਜਿਹੜੀਆਂ ਰੋਜ਼ ਆ ਉਹ ਮਿਲ ਕੇ ਇੱਕ ਰਿਲੇਸ਼ਨ ਦੀ ਫਾਰਮੇਸ਼ਨ ਕਰਦੀਆਂ ਹਨ। ਜਾਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਟੇਬਲ ਵਿੱਚ ਜਿਹੜੀਆਂ ਹੈਗੀਆਂ ਵਾ ਰੋਜ਼ 0 ਰੋਜ਼ ਵੀ ਹੋ ਸਕਦੀਆਂ ਵਾ। ਭਾਵ ਕਿ ਇੱਕ ਟੇਬਲ ਦੀ ਐਗਜ਼ਿਸਟੈਂਸ ਰੋਜ਼ ਤੋਂ ਬਿਨਾਂ ਵੀ ਹੋ ਸਕਦੀ ਹੈ, ਔਰ ਜਦੋਂ ਉਹਦੇ ਵਿੱਚ ਅਸੀਂ ਨੰਬਰ ਆਫ ਰੋਜ਼ ਪਾ ਦਿੰਦੇ ਹਾਂ ਔਰ ਹਰ ਰੋ ਜਿਹੜੀ ਦੂਸਰੀ ਰੋ ਤੋਂ ਯੂਨੀਕ ਹੁੰਦੀ ਆ ਤੇ ਉਹ ਜਿਹੜਾ ਹੈਗਾ ਵਾ ਇੱਕ ਰਿਲੇਸ਼ਨ ਬਣ ਜਾਂਦਾ ਹੈ। ਕੀਜ਼ ਆਫ ਰਿਲੇਸ਼ਨ। ਹੁਣ ਕਿਸੇ ਵੀ ਰਿਲੇਸ਼ਨ ਦੇ ਵਿੱਚ ਡਿਫਰੈਂਟ ਕਾਈਂਡ ਆਫ ਕੀਜ਼ ਪਾਈਆਂ ਜਾਂਦੀਆਂ ਹਨ। ਪਹਿਲੀ ਕੀ ਹੈ ਪ੍ਰਾਇਮਰੀ ਕੀ, ਦੂਸਰੀ ਹੈ ਫੋਰਨ ਕੀ। ਪਹਿਲਾਂ ਅਸੀਂ ਦੇਖੀਏ ਕਿ ਕੀ ਦਾ ਕੀ ਭਾਵ ਹੈ। ਕੀ ਤੋਂ ਭਾਵ ਹੈ one attribute or set of attributes form a key। ਜੇ ਅਸੀਂ ਪ੍ਰਾਇਮਰੀ ਕੀ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਕੀ ਇੱਕ ਐਟਰੀਬਿਊਟਸ ਜਾਂ ਨੰਬਰ ਆਫ ਐਟਰੀਬਿਊਟਸ ਤੋਂ ਬਣੀ ਹੁੰਦੀ ਹੈ। ਕਿਸੇ ਵੀ ਟੇਬਲ ਦੇ ਵਿੱਚ ਇੱਕ ਐਟਰੀਬਿਊਟ ਜਿਹੜਾ ਯੂਨੀਕ ਹੋਵੇ ਤੇ ਨਾਟ ਨਲ ਹੋਵੇ ਉਹ ਪ੍ਰਾਇਮਰੀ ਕੀ ਦੀ ਫਾਰਮੇਸ਼ਨ ਕਰਦਾ ਹੈ। ਜਿਵੇਂ ਇਸ ਟੇਬਲ ਦੇ ਵਿੱਚ ਕਸਟਮਰ ਟੇਬਲ ਦੇ ਵਿੱਚ ਕਸਟਮਰ ਨੰਬਰ C1 C2 C3 ਤੇ C4 ਇਹ ਇੱਕ ਪ੍ਰਾਇਮਰੀ ਕੀ ਹੈ ਕਿਉਂਕਿ C1 C2 C3 C4 ਚਾਰੋਂ ਹੀ ਜਿਹੜੀਆਂ ਵੈਲਿਊਜ਼ ਆ ਇਹ ਡਿਫਰੈਂਟ ਆ ਔਰ ਇਹ ਯੂਨੀਕ ਆ ਔਰ ਨੋਟ ਨਲ ਹਨ। ਤਾਂ ਅਸੀਂ ਕਹਿ ਸਕਦੇ ਹਾਂ ਕਿ ਕਸਟਮਰ ਨੰਬਰ ਜਿਹੜਾ ਹੈਗਾ ਵਾ ਕਿਉਂਕਿ ਕਸਟਮਰ ਟੇਬਲ ਦੇ ਵਿੱਚ ਹਰ ਰੋ ਨੂੰ ਯੂਨੀਕ ਆਇਡੈਂਟੀਫਾਈਬਲ ਬਣਾਉਂਦਾ ਵਾ, ਇਸ ਕਰਕੇ ਜਿਹੜਾ ਕਸਟਮਰ ਨੰਬਰ ਹੈ ਇਹ ਇੱਕ ਪ੍ਰਾਇਮਰੀ ਕੀ ਹੈ। ਫੋਰਨ ਕੀ, ਕਿਸੇ ਟੇਬਲ ਵਿੱਚ ਇੱਕ ਐਟਰੀਬਿਊਟ ਜਦੋਂ ਕਿਸੇ ਦੂਸਰੇ ਟੇਬਲ ਵਿੱਚ ਪ੍ਰਾਇਮਰੀ ਕੀ ਨੂੰ ਰੈਫਰ ਕਰਦਾ ਹੈ ਤਾਂ ਉਸ ਨੂੰ ਅਸੀਂ ਫੋਰਨ ਕੀ ਕਹਿੰਦੇ ਹਾਂ। ਜਿਸ ਤਰ੍ਹਾਂ ਇੱਥੇ ਅਗਰ ਅਸੀਂ ਐਗਜ਼ਾਮਪਲ ਲਈਏ ਤਾਂ ਸਾਡੇ ਕੋਲ 2 ਟੇਬਲ ਹੈ। ਕਸਟਮਰ ਟੇਬਲ ਜਿਹਦੇ ਵਿੱਚ ਕਸਟਮਰ ਨੰਬਰ ਹੈਗਾ C1 C2 C3 C4 ਐਂਡ ਕਸਟਮਰ ਲੋਨ ਟੇਬਲ ਦੇ ਵਿੱਚ ਸਾਡੇ ਕੋਲ ਕਸਟਮਰ ਨੰਬਰ ਜਿਹੜਾ ਹੈਗਾ C1 C2 C3 C3 C4। ਹੁਣ ਇਹ ਜਿਹੜਾ ਕਸਟਮਰ ਲੋਨ ਟੇਬਲ ਦਾ ਕਸਟਮਰ ਨੰਬਰ ਆ ਇਹ ਰੈਫਰ ਕਰਦਾ ਵਾ ਕਸਟਮਰ ਟੇਬਲ ਦੇ ਕਸਟਮਰ ਨੰਬਰ ਨੂੰ। ਤੇ ਹੁਣ ਜਿਹੜਾ ਕਸਟਮਰ ਲੋਨ ਟੇਬਲ ਦੇ ਵਿੱਚ ਕਸਟਮਰ ਨੰਬਰ ਆ ਇਹ ਇੱਕ ਫੋਰਨ ਕੀ ਆ ਔਰ ਜਿਹੜਾ ਕਸਟਮਰ ਨੰਬਰ ਕਸਟਮਰ ਟੇਬਲ ਦੇ ਵਿੱਚ ਆ ਇਹ ਪ੍ਰਾਇਮਰੀ ਕੀ ਆ। ਤਾਂ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਵਾ ਪ੍ਰਾਇਮਰੀ ਕੀ ਤੇ ਫੋਰਨ ਕੀ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ। ਜੇ ਅਸੀਂ ਸੈਂਪਲ ਡਾਟਾਬੇਸ ਲਈਏ ਤਾਂ ਅਸੀਂ ਜਿਹੜਾ ਹੈਗਾ ਵਾ ਇੱਕ ਰਿਲੇਸ਼ਨਲ ਵਿਊ ਇਸ ਤਰੀਕੇ ਨਾਲ ਦੇਖ ਸਕਦੇ ਹਾਂ। ਪਹਿਲਾ ਸਾਡੇ ਕੋਲ ਟੇਬਲ ਹੈਗਾ ਸਪਲਾਇਰ ਰਿਕਾਰਡਸ ਜਿਹਦੇ ਵਿੱਚ ਸਪਲਾਇਰ ਨੰਬਰ S1 S2 S3 ਹਨ ਔਰ ਦੂਸਰਾ ਹੈਗਾ ਪਾਰਟ ਰਿਕਾਰਡਸ ਇਹਦੇ ਵਿੱਚ ਸਾਡੇ ਕੋਲ ਪਾਰਟ ਨੰਬਰ ਹਨ P1 P2 P3 P4 ਔਰ ਥਰਡ ਟੇਬਲ ਹੈ ਸ਼ਿਪਮੈਂਟ ਰਿਕਾਰਡਸ ਇਹਦੇ ਵਿੱਚ ਸਾਡੇ ਕੋਲ ਸਪਲਾਇਰ ਨੰਬਰ ਹਨ S1 S2 S3 ਇਹ ਜਿਹੜੀਆਂ ਵੈਲਿਊ ਹਨ ਸਪਲਾਇਰ ਨੰਬਰ ਦੀਆਂ। ਹੁਣ ਵੇਖਿਆ ਜਾਏ ਤਾਂ ਸਪਲਾਇਰ ਰਿਕਾਰਡਸ ਟੇਬਲ ਦਾ ਜਿਹੜਾ ਸਪਲਾਇਰ ਨੰਬਰ ਆ
S1 S2 S3 ਉਹਨੂੰ ਅਸੀਂ ਸ਼ਿਪਮੈਂਟ ਰਿਕਾਰਡਸ ਦੇ ਸਪਲਾਇਰ ਨੰਬਰ ਦੇ ਨਾਲ ਜਿਹੜਾ ਹੈਗਾ ਵਾ ਕਨੈਕਟ ਕਰ ਸਕਦੇ ਹਾਂ, ਜਾਂ ਇਹਦੇ ਉੱਤੇ ਅਸੀਂ ਰਿਲੇਸ਼ਨ ਸੈਟਅਪ ਕਰ ਸਕਦੇ ਹਾਂ। ਅਗਰ ਅਸੀਂ ਸਪਲਾਇਰ ਰਿਕਾਰਡਸ ਤੇ ਸ਼ਿਪਮੈਂਟ ਰਿਕਾਰਡ ਦੇ ਵਿੱਚੋਂ ਵੈਲਿਊਜ਼ ਕੱਢਣੀਆਂ ਹੋਣ ਤਾਂ ਅਸੀਂ ਦੋਨਾਂ ਟੇਬਲ ਦੇ ਸਪਲਾਇਰ ਨੰਬਰ ਤੇ ਜੁਆਇਨ ਮਾਰ ਕੇ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਰਿਟਰੀਵ ਕਰ ਸਕਦੇ ਹਾਂ। ਹੁਣ ਸਪਲਾਇਰ ਰਿਕਾਰਡਸ ਟੇਬਲ ਦੇ ਵਿੱਚ ਸਪਲਾਇਰ ਨੰਬਰ ਪ੍ਰਾਇਮਰੀ ਕੀ ਹੈ ਤੇ ਸ਼ਿਪਮੈਂਟ ਰਿਕਾਰਡਸ ਦੇ ਵਿੱਚ ਸਪਲਾਇਰ ਨੰਬਰ ਫੋਰਨ ਕੀ ਹੈ, ਤੇ ਅਸੀਂ ਇਹਨਾਂ ਤਿੰਨਾਂ ਟੇਬਲਸ ਦੇ ਉੱਤੇ ਜੁਆਇਨ ਮਾਰ ਕੇ ਨੈਚੁਰਲ ਜੁਆਇਨ ਮਾਰ ਕੇ ਇਹਨਾਂ ਵਿੱਚੋਂ ਵੈਲਿਊਜ਼ ਅਸੀਂ ਰਿਟਰੀਵ ਕਰ ਸਕਦੇ ਹਾਂ। ਹੁਣ ਜਿਹੜਾ ਰਿਲੇਸ਼ਨਲ ਮਾਡਲ ਆ ਇਹਦੇ ਉੱਤੇ ਅਸੀਂ ਵੱਖਰੇ ਵੱਖਰੇ ਤਰ੍ਹਾਂ ਦੇ ਆਪਰੇਸ਼ਨਸ ਪਰਫਾਰਮ ਕਰ ਸਕਦੇ ਹਾਂ। ਉਹ ਆਪਰੇਸ਼ਨਸ ਹਨ ਇਨਸਰਟ ਆਪਰੇਸ਼ਨ, ਅਪਡੇਟ ਆਪਰੇਸ਼ਨ ਤੇ ਡਿਲੀਟ ਆਪਰੇਸ਼ਨ। ਇਨਸਰਟ ਆਪਰੇਸ਼ਨ ਤੋਂ ਭਾਵ ਹੈ ਜਦੋਂ ਅਸੀਂ ਕਿਸੇ ਟੇਬਲ ਵਿੱਚ ਰੋ ਇਨਸਰਟ ਕਰਦੇ ਹਾਂ ਤਾਂ ਅਸੀਂ ਉਹਨੂੰ ਇਨਸਰਟ ਆਪਰੇਸ਼ਨ ਕਹਿੰਦੇ ਹਾਂ। ਅਪਡੇਟ ਤੋਂ ਭਾਵ ਹੈਗਾ ਵਾ ਕਿ ਜਦੋਂ ਅਸੀਂ ਟੇਬਲ ਵਿੱਚ ਪਈ ਹੋਈ ਵੈਲਿਊ ਨੂੰ ਬਦਲਦੇ ਹਾਂ ਤੇ ਦੁਬਾਰਾ ਸੇਵ ਕਰਦੇ ਹਾਂ ਤਾਂ ਅਸੀਂ ਉਹਨੂੰ ਅਪਡੇਟ ਆਪਰੇਸ਼ਨ ਕਹਿੰਦੇ ਹਾਂ। ਡਿਲੀਟ ਆਪਰੇਸ਼ਨ ਤੋਂ ਭਾਵ ਹੈ ਕਿ ਅਸੀਂ ਟੇਬਲ ਦੇ ਵਿੱਚ ਪਈ ਹੋਈ ਰੋ ਨੂੰ ਡਿਲੀਟ ਕਰਦੇ ਹਾਂ ਤੇ ਦੁਬਾਰਾ ਟੇਬਲ ਨੂੰ ਜਾਂ ਰਿਲੇਸ਼ਨ ਨੂੰ ਸੇਵ ਕਰ ਦਿੰਦੇ ਹਾਂ। ਰਿਲੇਸ਼ਨਲ ਮਾਡਲ ਦੀਆਂ ਸਾਡੇ ਕੋਲ ਕਾਫੀ ਐਡਵਾਂਟੇਜਸ ਹਨ ਜਾਂ ਇਹਦੇ ਲਾਭ ਹਨ, ਉਹਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਡਿਸਕਸ ਕਰਦੇ ਹਾਂ। ਜਿਸ ਤਰ੍ਹਾਂ ਪਹਿਲੀ ਐਡਵਾਂਟੇਜ ਹੈ ਸਟਰਕਚਰਲ ਇੰਡੀਪੈਂਡੈਂਸ। ਸਟਰਕਚਰਲ ਇੰਡੀਪੈਂਡੈਂਸ ਤੋਂ ਭਾਵ ਹੈ ਜਦੋਂ ਅਸੀਂ ਕੋਈ ਟੇਬਲ ਕ੍ਰੀਏਟ ਕਰਦੇ ਹਾਂ ਤਾਂ ਅਸੀਂ ਉਹਦੇ ਵਿੱਚ ਫੀਲਡ ਲੈਂਦੇ ਹਾਂ ਤਾਂ ਉਹਦੇ ਵਿੱਚ ਅਸੀਂ ਵੈਲਿਊ ਭਰ ਦਿੰਦੇ ਹਾਂ। ਹੁਣ ਅਸੀਂ ਅਗਰ 2 ਮਹੀਨੇ ਬਾਅਦ 4 ਮਹੀਨੇ ਬਾਅਦ ਜਾਂ 1 ਸਾਲ ਦੇ ਬਾਅਦ ਅਸੀਂ ਉਸ ਟੇਬਲ ਦਾ ਸਟਰਕਚਰ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਸਟਰਕਚਰ ਦਾ ਵਿਦਆਊਟ ਕੋਈ ਕਿਸੇ ਪਰੇਸ਼ਾਨੀ ਦੇ ਅਸੀਂ ਉਸ ਟੇਬਲ ਦਾ ਸਟਰਕਚਰ ਚੇਂਜ ਕਰ ਸਕਦੇ ਹਾਂ। ਜਦੋਂ ਉਹਦੇ ਵਿੱਚ ਅਸੀਂ ਕੋਈ ਫੀਲਡ ਐਡ ਕਰਦੇ ਹਾਂ ਜਾਂ ਡਿਲੀਟ ਕਰਦੇ ਹਾਂ ਤਾਂ ਜਿਹੜੀਆਂ ਅਸੀਂ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਹੈਲਪ ਦੇ ਨਾਲ ਐਪਲੀਕੇਸ਼ਨਸ ਕ੍ਰੀਏਟ ਕੀਤੀਆਂ ਹੋਈਆਂ ਵਾ ਉਹਨਾਂ ਵਿੱਚ ਸਾਨੂੰ ਕੋਈ ਤਬਦੀਲੀ ਨਹੀਂ ਕਰਨੀ ਪੈਂਦੀ, ਜਾਂ ਅਸੀਂ ਕਹਿ ਸਕਦੇ ਹਾਂ ਕਿ ਐਟ ਦਾ ਐਪਲੀਕੇਸ਼ਨ ਲੈਵਲ ਸਾਨੂੰ ਕੋਈ ਵੀ ਜਿਹੜੀ ਹੈਗੀ ਆ ਤਬਦੀਲੀ ਪ੍ਰੋਗਰਾਮਸ ਦੇ ਵਿੱਚ ਨਹੀਂ ਕਰਨੀ ਪੈਂਦੀ। ਪ੍ਰੋਗਰਾਮਸ ਬਿਨਾਂ ਕਿਸੇ ਪ੍ਰੋਬਲਮ ਦੇ ਜਿਹੜੇ ਹੈਗੇ ਸਾਡੇ ਰਨ ਹੋ ਜਾਂਦੇ ਆ। ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਟਰਕਚਰਲ ਇੰਡੀਪੈਂਡੈਂਸ ਰਿਲੇਸ਼ਨਲ ਮਾਡਲ ਦੇ ਵਿੱਚ ਅਚੀਵ ਕਰਦੇ ਹਾਂ। ਕਨਸੈਪਚੁਅਲ ਸਿੰਪਲਿਸਿਟੀ, ਹੁਣ ਜਦੋਂ ਅਸੀਂ ਟੇਬਲਸ ਕ੍ਰੀਏਟ ਕਰਦੇ ਹਾਂ ਤਾਂ ਅਸੀਂ ਉਹਨਾਂ ਦਾ ਜਿਹੜਾ ਕਨਸੈਪਟ ਹੁੰਦਾ ਟੇਬਲਸ ਦਾ ਉਹ ਬਹੁਤ ਹੀ ਸੌਖਾ ਹੁੰਦਾ ਵਾ, ਸਧਾਰਨ ਹੁੰਦਾ ਵਾ, ਜਿਹਨੂੰ ਕੋਈ ਵੀ ਯੂਜ਼ਰ ਬਹੁਤ ਹੀ ਈਜ਼ੀਲੀ ਅੰਡਰਸਟੈਂਡ ਕਰ ਸਕਦਾ ਵਾ। ਅਸੀਂ ਕਹਿ ਸਕਦੇ ਹਾਂ ਕਿ ਕਨਸੈਪਟ ਦੀ ਜਿਹੜੀ ਆ ਬਹੁਤ ਸਿੰਪਲੀਸਿਟੀ ਹੁੰਦੀ ਹੈ ਤੇ ਇਹ ਸਾਡੇ ਵਾਸਤੇ ਇੱਕ ਐਡਵਾਂਟੇਜ ਹੈ। ਡਿਜ਼ਾਈਨ, ਇੰਪਲੀਮੈਂਟੇਸ਼ਨ, ਮੇਨਟੇਨੈਂਸ ਐਂਡ ਯੂਜ਼ਜ਼ ਈਜ਼। ਜਦੋਂ ਅਸੀਂ ਟੇਬਲਸ ਦੇ ਡਿਜ਼ਾਈਨ ਕ੍ਰੀਏਟ ਕਰਦੇ ਹਾਂ ਜਾਂ ਡਾਟਾਬੇਸਿਸ ਦੇ ਡਿਜ਼ਾਈਨ ਕਰਦੇ ਹਾਂ ਤਿਆਰ, ਤੇ ਰਿਲੇਸ਼ਨਲ ਮਾਡਲ ਦੇ ਵਿੱਚ ਕਿਉਂਕਿ ਜਿਹੜੀ ਅਸੀਂ ਟੇਬਲਸ ਜਾਂ ਰਿਲੇਸ਼ਨਸ ਕ੍ਰੀਏਟ ਕਰਦੇ ਹਾਂ ਐਟਰੀਬਿਊਟਸ ਦੀ ਹੈਲਪ ਦੇ ਨਾਲ ਜਾਂ ਐਟਰੀਬਿਊਟ ਲੈ ਕੇ, ਤੇ ਅਸੀਂ ਜਿਹੜਾ ਹੈਗਾ ਡਿਜ਼ਾਈਨ ਬਹੁਤ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹਾਂ ਔਰ ਉਹਦੇ ਵਿੱਚ ਉਹਦੀ ਇੰਪਲੀਮੈਂਟੇਸ਼ਨ ਹੈ ਜਿਹੜੀ ਉਹ ਵੀ ਬਹੁਤ ਈਜ਼ੀਲੀ ਕਰਕੇ ਅਸੀਂ ਉਹਦੇ ਵਿੱਚ ਇਨਫੋਰਮੇਸ਼ਨ ਫਿਲਅਪ ਕਰ ਦਿੰਦੇ ਹਾਂ ਜਾਂ ਰਿਕਾਰਡਸ ਫਿਲਅਪ ਕਰ ਦਿੰਦੇ ਹਾਂ। ਫਿਰ ਅਸੀਂ ਰਿਕਾਰਡਸ ਨੂੰ ਮੇਨਟੇਨ ਵੀ ਜਿਹੜਾ ਹੈਗਾ ਬਹੁਤ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹਾਂ। ਤਾਂ ਭਾਵ ਹੈ ਕਿ ਇਸ ਡਿਜ਼ਾਈਨ, ਇੰਪਲੀਮੈਂਟੇਸ਼ਨ ਅਤੇ ਮੇਨਟੇਨੈਂਸ ਜਿਹੜੀ ਰਿਲੇਸ਼ਨਲ ਮਾਡਲ ਦੀ ਆ ਇਹ ਈਜ਼ੀ ਆ, ਇਸ ਕਰਕੇ ਇਹ ਸਾਡੇ ਵਾਸਤੇ ਇੱਕ ਐਡਵਾਂਟੇਜ ਆ। ਅਡਹੌਕ ਕੁਐਰੀ ਕੈਪੇਬਿਲਿਟੀ। ਅਡਹੌਕ ਕੁਐਰੀ ਕੈਪੇਬਿਲਿਟੀ ਤੋਂ ਭਾਵ ਹੈਗਾ ਕਿ ਅਸੀਂ ਫੋਰਥ ਜਨਰੇਸ਼ਨ ਲੈਂਗੁਏਜ ਸਟਰਕਚਰਡ ਕੁਐਰੀ ਲੈਂਗੁਏਜ ਜਿਹੜੀ ਹੈਗੀ ਆ ਉਹਨੂੰ ਯੂਜ਼ ਕਰਕੇ ਅਸੀਂ ਸਿਲੈਕਟ ਸਟੇਟਮੈਂਟਸ ਜਾਂ ਅਪਡੇਟ ਸਟੇਟਮੈਂਟਸ ਜਾਂ ਡਿਲੀਟ ਸਟੇਟਮੈਂਟਸ ਦੀ ਹੈਲਪ ਦੇ ਨਾਲ ਜਿਹੜੇ ਹੈਗੇ ਆ ਰਿਕਾਰਡਸ ਨੂੰ ਅਸੈਸ ਕਰ ਸਕਦੇ ਹਾਂ। ਤਾਂ ਇਹ ਵਾਲੀਆਂ ਜਿਹੜੇ ਪੁਆਇੰਟਸ ਹੈਗੇ ਆ ਇਹ ਸਾਡੀਆਂ ਸਿੱਧੇ ਤੌਰ 'ਤੇ ਸਾਡੇ ਵਾਸਤੇ ਐਡਵਾਂਟੇਜਸ ਹੈਗੀਆਂ ਵਾ ਜਦੋਂ ਅਸੀਂ ਰਿਲੇਸ਼ਨਲ ਮਾਡਲ ਨੂੰ ਯੂਜ਼ ਕਰਦੇ ਹਾਂ। ਹੁਣ ਰਿਲੇਸ਼ਨਲ ਮਾਡਲ ਦੀਆਂ ਕੁਝ ਡਿਸਐਡਵਾਂਟੇਜਸ ਵੀ ਹਨ। ਜੇ ਅਗਰ ਡਿਸਐਡਵਾਂਟੇਜਸ ਦੀ ਅਸੀਂ ਗੱਲ ਕੀਤੀ ਤਾਂ ਪਹਿਲੀ ਡਿਸਐਡਵਾਂਟੇਜ ਹੈਗੀ ਆ ਹਾਰਡਵੇਅਰ ਓਵਰਹੈਡ। ਹਾਰਡਵੇਅਰ ਓਵਰਹੈਡ ਤੋਂ ਭਾਵ ਹੈਗਾ ਵਾ ਕਿ ਜਦੋਂ ਅਸੀਂ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਜਾਂ ਰਿਲੇਸ਼ਨਲ ਮਾਡਲ ਜਿਹੜਾ ਹੈਗਾ ਵਾ ਉਹਨੂੰ ਇੰਪਲੀਮੈਂਟ ਕਰਦੇ ਹਾਂ ਤਾਂ ਸਾਨੂੰ ਇੱਕ ਜਿਹੜੀ ਹੈਗੀ ਆ ਕੰਪਿਊਟਰ ਜਿਹੜਾ ਹੈਗਾ ਪਾਵਰਫੁਲ ਕੰਪਿਊਟਰ ਖਰੀਦਣਾ ਪੈਂਦਾ ਵਾ। ਸਾਨੂੰ ਹਾਰਡਵੇਅਰ ਦੇ ਉੱਤੇ ਅਤੇ ਸੌਫਟਵੇਅਰ ਦੇ ਉੱਤੇ ਜਿਹੜੇ ਹੈਗੇ ਆ ਪੈਸੇ ਖਰਚਣੇ ਪੈਂਦੇ ਆ ਅਤੇ ਸਾਨੂੰ ਲਾਗਤਾਂ ਉਠਾਉਣੀਆਂ ਪੈਂਦੀਆਂ ਵਾ। ਜਦੋਂ ਅਸੀਂ ਆਪਣਾ ਡਾਟਾਬੇਸ ਡਿਜ਼ਾਈਨ ਕਰਕੇ ਐਪਲੀਕੇਸ਼ਨ ਕ੍ਰੀਏਟ ਕਰ ਲੈਂਦੇ ਹਾਂ ਤਾਂ ਕੁਝ ਸਾਲ ਸਾਡਾ ਸਿਸਟਮ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਵਾ, ਪਰ ਕੁਝ ਸਾਲ ਬੀਤ ਜਾਣ ਤੋਂ ਬਾਅਦ ਕਈ ਵਾਰੀ ਸਾਡੇ ਬਿਜ਼ਨਸ ਦੇ ਵਿੱਚ ਜਿਹੜੀਆਂ ਚੇਂਜਸ ਆਉਂਦੀਆਂ ਵਾ ਅਤੇ ਸਾਨੂੰ ਜਿਹੜੀਆਂ ਹੈਗੀਆਂ ਵਾ ਸਾਡੀਆਂ ਨੀਡਸ ਜਿਹੜੀਆਂ ਹੈਗੀਆਂ ਵਾ ਸਾਡੀਆਂ ਰਿਕੁਆਇਰਮੈਂਟਸ ਦੇ ਅਕੋਰਡਿੰਗਲੀ ਅਰਾਈਜ਼ ਹੁੰਦੀਆਂ ਵਾ। ਉਹਨਾਂ ਨੀਡਸ ਨੂੰ ਫੁੱਲਫਿਲ ਕਰਨ ਲਈ ਅਸੀਂ ਸਾਨੂੰ ਜਿਹੜੀ ਹੈਗੀ ਆ
ਹਾਰਡਵੇਅਰ ਵਿੱਚ ਤੇ ਸੌਫਟਵੇਅਰ ਵਿੱਚ ਜਿਹੜੀ ਹੈ ਸਾਨੂੰ ਚੇਂਜ ਕਰਨੀ ਪੈਂਦੀ ਆ, ਉਹ ਸਾਨੂੰ ਚੇਂਜ ਬਣਾਉਣ ਲਈ ਸਾਨੂੰ ਫਿਰ ਜਿਹੜੇ ਹੈਗੇ ਆ ਜਿਹੜੀਆਂ ਕੋਸਟਾਂ ਉਠਾਉਣੀਆਂ ਪੈਂਦੀਆਂ ਵਾ। ਇਸ ਕਰਕੇ ਇਹ ਸਾਡੇ ਵਾਸਤੇ ਜਿਹੜੀ ਹੈ ਕਿ ਇੱਕ ਡਿਸਐਡਵਾਂਟੇਜ ਹੈਗੀ ਆ। ਈਜ਼ ਆਫ ਡਿਜ਼ਾਈਨ ਕੈਨ ਲੀਡ ਟੂ ਬੈਡ ਡਿਜ਼ਾਈਨ। ਇਹਦਾ ਮਤਲਬ ਹੈਗਾ ਕਿ ਜਿੱਥੇ ਸਾਨੂੰ ਰਿਲੇਸ਼ਨਲ ਮਾਡਲ ਦੇ ਵਿੱਚ ਡਾਟਾਬੇਸ ਡਿਜ਼ਾਈਨ ਕਰਨਾ ਸੌਖਾ ਵਾ, ਪਰ ਕਈ ਵਾਰੀ ਅਸੀਂ ਜਿਹੜਾ ਹੈਗਾ ਵਾ ਬਹੁਤ ਤੇਜ਼ੀ ਦੇ ਨਾਲ ਡਾਟਾਬੇਸ ਡਿਜ਼ਾਈਨ ਕਰਦੇ ਹਾਂ, ਉਸ ਸਮੇਂ ਜਿਹੜਾ ਡਾਟਾਬੇਸ ਆ ਉਹ ਬੈਡ ਸ਼ੇਪ ਜਿਹੜੇ ਲੈ ਲੈਂਦਾ ਵਾ। ਜਦੋਂ ਬੈਡ ਸ਼ੇਪ ਲੈ ਲੈਂਦਾ ਵਾ ਤੇ ਅਸੀਂ ਜਿਹੜੇ ਉਹਦੇ ਉੱਤੇ ਐਪਲੀਕੇਸ਼ਨਸ ਜਿਹੜੀਆਂ ਡਿਵੈਲਪ ਕਰਦੇ ਹਾਂ, ਉਹਨਾਂ ਦੇ ਰਿਜ਼ਲਟਸ ਵੀ ਜਿਹੜੇ ਹੈਗੇ ਆ ਉਹ ਇੰਨੇ ਪਾਏਦਾਰ ਜਾਂ ਇੰਨੇ ਕਰੈਕਟ ਨਹੀਂ ਆਉਂਦੇ। ਤਾਂ ਇਸ ਕਰਕੇ ਇਹ ਵੀ ਸਾਡੇ ਵਾਸਤੇ ਇੱਕ ਡਿਸਐਡਵਾਂਟੇਜ ਆ। ਇਨਫੋਰਮੇਸ਼ਨ ਆਈਲੈਂਡ ਫਨੋਮਨਾ। ਇਨਫੋਰਮੇਸ਼ਨ ਆਈਲੈਂਡ ਫਨੋਮਨਾ ਤੋਂ ਭਾਵ ਹੈ ਕਿ ਕਿਉਂਕਿ ਅਸੀਂ ਟੇਬਲਸ ਦੇ ਵਿੱਚ ਇਨਫੋਰਮੇਸ਼ਨ ਸਟੋਰ ਕਰਦੇ ਹਾਂ ਅਤੇ ਕਈ ਵਾਰੀ ਆਰਗੇਨਾਈਜੇਸ਼ਨਸ ਦੇ ਵਿੱਚ ਵੱਖਰੇ ਵੱਖਰੇ ਪਰਸਨਸ ਵੱਖਰੇ ਵੱਖਰੇ ਟੇਬਲਸ ਕ੍ਰੀਏਟ ਕਰ ਲੈਂਦੇ ਆ, ਅਤੇ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਡਾਟਾਬੇਸਿਸ ਦੇ ਵਿੱਚ ਵੱਖਰੇ ਵੱਖਰੇ ਆਈਲੈਂਡਸ ਦੇ ਵਾਂਗ ਜਿਹੜੀ ਹੈਗੀ ਪੈ ਜਾਂਦੀ ਆ। ਉਹਨੂੰ ਇੰਟੀਗ੍ਰੇਟ ਕਰਨਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ ਵਾ, ਅਤੇ ਇਸ ਕਰਕੇ ਇਹ ਸਾਡੇ ਵਾਸਤੇ ਡਿਸਐਡਵਾਂਟੇਜ ਬਣ ਜਾਂਦੀ ਹੈ।